सतनाम। वाहिगुरु साहिब जी गुर सभा एव न पाईऐ, ना नेड़े न दूर। नानक सतगुर ता मिलै, जा मन रहे हदूर। सो कहो टल गुर सेवियै, अहनिस सहज सुभाए। दर्शन परसे गुरु कै, जन्म मरण दुख जाए। दर्शन परसे गुरु कै, जन्म मरण दुख जाए। सतनाम। वाहिगुरु साहिब जी एक ओंकार सतगुर प्रसाद। सलोक महला नौवा। संग सखा सब तज गए, को न निभयो साथ। कहो नानक एह विपत में, टेक एक रघुनाथ। सारंग महला नौवा। मान कर कब हो ना हर गुण गायो, बिख्या सकत रह्यो निस बासुर। कीनो अपनो पायो, रहा गुर उपदेश। सुनियो नह कानना, परदारा लपटायो। पर निंदा कारना बहुतावत, समझे नह समझायो। कहाँ कहाँ मैं अपनी करनी, जह विद जन्म गवायो। कह नानक सब अवगन मोह में, राख ले हो शरनायो। कहाँ कहाँ मैं अपनी करनी, जेह विद जन्म गवायो। कह नानक सब अवगन मोह में है, राख ले हो शरनायो।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ 55ਵਾਂ ਸ਼ਲੋਕ 55ਵਾਂ ਸ਼ਬਦ ਆਪ ਜੀ ਨੇ ਸਰਵਣ ਕੀਤਾ। ਤਿਸ ਦੇ ਵਿਚਾਰ ਆਪ ਜੀ ਨੂੰ ਸਰਵਣ ਕਰਾਉਣਗੇ। ਇਸ ਅਸਥਾਨ ਦੇ ਹੈਡ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ। ਆਓ ਬਹੁਤ ਹੀ ਪਿਆਰ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਕਥਾ ਵਿੱਚ ਧਿਆਨ ਜੋੜੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਿਤੀ 29 ਅਪ੍ਰੈਲ ਨੂੰ ਸਵੇਰੇ 11 ਤੋਂ 12 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਇਸ ਅਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਾਏ ਜਾਣਗੇ। ਸੰਗਤਾਂ ਪ੍ਰਤੀ ਬੇਨਤੀ ਹੈ, ਜਿਨ੍ਹਾਂ ਪ੍ਰਾਣੀਆਂ ਨੇ ਸਹਿਜ ਪਾਠ ਆਰੰਭ ਕੀਤੇ ਨੇ ਉਹ ਆਪਣੇ ਘਰਾਂ ਵਿੱਚ ਨਵੇਂ ਮਹੱਲੇ ਦੇ ਸ਼ਲੋਕ ਪੜ੍ਹ ਕੇ ਸਹਿਜ ਪਾਠਾਂ ਦੇ ਭੋਗ ਪਾਉਣ। ਇਹ ਸਾਰੇ ਸਮਾਗਮ ਦਾ ਲਾਈਵ ਚੜ੍ਹਦੀ ਕਲਾ ਟਾਈਮ TV ਤੇ ਚੱਲੇਗਾ। ਆਓ ਬਹੁਤ ਹੀ ਪਿਆਰ ਨਾਲ ਮਨ ਪ੍ਰੀਤੀ ਇਕਾਗਰ ਕਰਕੇ ਕਥਾ ਵਿੱਚ ਧਿਆਨ ਜੋੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਬਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ।
ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ। ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਜੋ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਸੀ, ਉਸ ਕਥਾ ਨੂੰ ਵਿਰਾਮ ਦੇ ਕੇ ਤਿਲਕ ਜੰਜੂ ਦੇ ਰਾਖੇ ਤਿਆਗ ਵੈਰਾਗ ਦੀ ਮੂਰਤ ਧਰਮ ਦੀ ਤੁਜਾ ਧਰਮ ਰੱਖਿਅਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਸਤਿਗੁਰਾਂ ਦੇ ਜਨਮ ਦੀ ਚੌਥੀ ਸ਼ਤਾਬਦੀ ਮਨਾਉਣ ਵਾਸਤੇ ਦਿੱਲੀ ਕਮੇਟੀ ਨੇ, ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇਹ ਉਦਮ ਕੀਤਾ। ਸ਼ਾਇਦ ਉਦੋਂ ਇਸ ਗੱਲ ਦਾ ਨਹੀਂ ਸੀ ਪਤਾ ਕਿ ਅਸੀਂ ਜਿਵੇਂ ਚਾਅ ਉਮਾ ਉਤਸ਼ਾਹ ਦੇ ਨਾਲ ਬਾਕੀ ਸ਼ਤਾਬਦੀਆਂ ਮਨਾਈਆਂ ਨੇ, ਪਿਛਲੇ ਸਾਲਾਂ ਦੇ ਅੰਦਰ, ਕਿ ਅਸੀਂ ਇਸ ਨੂੰ ਉਸ ਤਰ੍ਹਾਂ ਨਹੀਂ ਮਨਾ ਸਕਾਂਗੇ। ਕਰੋਨੇ ਦਾ ਇਹ ਪ੍ਰਕੋਪ ਦੁਬਾਰਾ ਆਏਗਾ, ਸ਼ਾਇਦ ਇਹ ਗੱਲ ਸਾਡੇ ਸਾਰਿਆਂ ਦੇ ਕਿਤੇ ਸੁਪਨੇ ਵਿੱਚ ਵੀ ਨਹੀਂ ਸੀ। ਹਾਲਾਂਕਿ ਦਾਸ ਨੇ ਮਹਾਰਾਜ ਦੀ ਤਾਬਿਆ ਤੋਂ ਬੈਠ ਕਈ ਵਾਰੀ ਖੁਦ ਵੀ ਮਹਿਸੂਸ ਕੀਤਾ ਕਿ ਮੈਂ ਮਾਸਕ ਲਾਉਣ ਬਾਰੇ ਜਾਂ ਸਾਰਿਆਂ ਨੂੰ ਸੁਚੇਤ ਕਰਨ ਬਾਰੇ ਇਤਨਾ ਬੋਲਦਾ, ਪਰ ਅੱਜ ਜਦੋਂ ਆਕਸੀਜਨ ਦਾ ਸਿਲੰਡਰ ਤਾਂ ਛੱਡੋ, ਹਸਪੀਟਲ ਦਾ ਬੈੱਡ ਵੀ ਛੱਡੋ, ਕੋਈ ਵੈਂਟੀਲੇਟਰ, ਕੋਈ ਐਮਰਜੈਂਸੀ ਦਾ ਕੋਈ ਕਮਰਾ ਵੀ ਛੱਡੋ, ਜਦੋਂ ਬੰਦੇ ਨੂੰ ਸੜਨ ਵਾਸਤੇ ਸ਼ਮਸ਼ਾਨ ਭੂਮੀ ਵੀ ਕਹਿੰਦੀ ਹੈ ਕਿ ਮੇਰੇ ਕੋਲ ਥਾਂ ਨਹੀਂ ਹੈ। ਅਸੀਂ ਵਿਦੇਸ਼ਾਂ ਦੀਆਂ ਵੀਡੀਓ ਵੇਖੀਆਂ ਸੀ, ਪਰ ਇੱਥੇ ਪਹਿਲੀ ਵਾਰੀ ਵੇਖਿਆ ਕਿ ਮੁਰਦੇ ਨੂੰ ਵੀ ਲਾਈਨ ਵਿੱਚ ਲੱਗਣਾ ਪੈ ਰਿਹਾ ਹੈ ਸੜਨ ਵਾਸਤੇ। ਇਹਦੇ ਵਿੱਚ ਕੁਦਰਤ ਦੀ ਕਰੋਪੀ ਵੀ ਹੈ ਔਰ ਬੰਦੇ ਦੀ ਬਹੁਤ ਵੱਡੀ ਮੂਰਖਤਾ ਵੀ ਹੈ, ਕਿਉਂਕਿ ਅਸੀਂ ਕਦੇ ਵੀ ਬੀਤੇ ਤੋਂ ਸਿੱਖਦੇ ਨਹੀਂ ਇਤਿਹਾਸ ਦਾ ਅਰਥ ਕੀ ਹੈ। ਨਹੀਂ ਤਾਂ ਕੀ ਲੋੜ ਹੈ, ਪਿਛਲੀ ਹਿਸਟਰੀ ਪੜ੍ਹਨ ਦੀ ਲੋੜ ਹੁੰਦੀ ਹੈ ਕੋਈ? ਜਿਹੜਾ ਸਮਾਂ ਬੀਤ ਗਿਆ ਉਹਨੇ ਕਦੇ ਵਾਪਸ ਨਹੀਂ ਆਉਣਾ, ਪਰ ਬੀਤੇ ਸਮੇਂ ਨੂੰ ਪੜ੍ਹੇ ਹੀ ਇਸੇ ਕਰਕੇ ਜਾਂਦਾ ਹੈ। ਜਿਵੇਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੁਸੀਂ ਨਵੀਂ ਬਿਮਾਰੀ ਵਾਸਤੇ, ਉਹ ਤੁਹਾਡੀ ਪਿਛਲੀ ਪੁੱਛਦਾ ਤੇ ਕਹੋ ਨਾ ਵੀ ਤੂੰ ਪਾਗਲ ਹੈ, ਕਮਲਾ ਹੈ, ਵੀ ਤੂੰ ਮੇਰੀਆਂ ਪੁਰਾਣੀਆਂ ਬਿਮਾਰੀਆਂ ਪੁੱਛ ਰਿਹਾ ਹੈ।
ਨਹੀਂ, ਨਵੀਂ ਦਾ ਇਲਾਜ ਪੁਰਾਣੀਆਂ ਬਿਮਾਰੀਆਂ ਪੁੱਛੇ ਬਗੈਰ ਹੋ ਹੀ ਨਹੀਂ ਸਕਦਾ। ਅੱਜ ਕਈ ਸੱਜਣ ਨਵਾਂ ਪ੍ਰਚਾਰ ਕਰਦੇ ਨੇ, ਟੀਕਾ ਲਵਾਉਣ ਗਏ ਜੀ, ਬੰਦਾ ਮਰ ਗਿਆ ਜੀ। ਬੰਦੇ ਨੇ ਮਰਨਾ ਹੀ ਹੈ, ਕਿਉਂਕਿ ਉਹਨੇ ਪਿਛਲੀ ਬਿਮਾਰੀ ਦੱਸੀ ਨਹੀਂ ਵੀ ਉਹਨੂੰ ਸ਼ੂਗਰ ਕਿੰਨੀ ਹੈ, ਉਹਨੂੰ ਬਲੱਡ ਪ੍ਰੈਸ਼ਰ ਕਿੰਨਾ ਹੈ, ਉਹਨੂੰ ਐਲਰਜੀ ਕਿਹੜੀ ਦਵਾਈ ਤੋਂ ਹੈ। ਅਗਰ ਬੀਤੇ ਤੋਂ ਸਿੱਖਾਂਗੇ ਨਹੀਂ ਤਾਂ ਅੱਗੇ ਆਉਣ ਵਾਲਾ ਜੀਵਨ ਕਦੇ ਵੀ ਸਾਡਾ ਸੁਰੱਖਿਅਤ ਨਹੀਂ ਹੋ ਸਕਦਾ, ਸੇਫ ਨਹੀਂ ਹੋ ਸਕਦਾ, ਖੁਸ਼ੀਆਂ ਭਰਿਆ ਨਹੀਂ ਹੋ ਸਕਦਾ। ਬਬਾਣੀਆਂ ਕਹਾਣੀਆਂ ਦਾ ਅਰਥ ਹੀ ਇਹ ਹੁੰਦਾ ਹੈ, ਜਦੋਂ ਅਸੀਂ ਬਜ਼ੁਰਗਾਂ ਦੇ ਕੋਲੋਂ ਹੱਡ ਬੀਤੀਆਂ ਜੱਗ ਬੀਤੀਆਂ ਸੁਣਦੇ ਆ, ਉਹਦਾ ਅਰਥ ਹੀ ਹੁੰਦਾ ਹੈ। ਉਹ ਦੱਸਦੇ ਹੁੰਦੇ ਸੀ, ਪੁੱਤ ਉੱਥੇ ਕਾਲ ਪੈ ਗਿਆ, ਉਹਦੇ ਟਿੱਡੀ ਦਲ ਆ ਗਿਆ, ਉੱਥੇ ਹੈਜੇ ਦੀ ਬਿਮਾਰੀ ਫੈਲ ਗਈ। ਫਿਰ ਅੱਗੇ ਲੋਕ ਸੁਚੇਤ ਰਹਿੰਦੇ ਸੀ ਕਿ ਇਹ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ। ਮੈਂ ਤਾਂ ਕਈ ਵਾਰੀ ਇੱਕ ਵਿਦਵਾਨ ਦੀ ਗੱਲ ਸਾਂਝੀ ਕੀਤੀ ਹੈ। ਕਹਿੰਦੇ ਨੇ ਕਿਸੇ ਗਲੀ ਵਿੱਚੋਂ ਤੁਸੀਂ ਲੰਘਦੇ ਹੋ, ਤੁਹਾਨੂੰ ਉੱਥੋਂ ਦਾ ਉਸ ਗਲੀ ਦਾ ਕੂਕਰ ਕੁੱਤਾ ਕੱਟ ਜਾਂਦਾ ਹੈ, ਤੁਹਾਡਾ ਕੋਈ ਕਸੂਰ ਨਹੀਂ ਹੈ। ਤੁਹਾਨੂੰ ਕੀ ਪਤਾ ਹੈ ਕਿ ਇਸ ਗਲੀ 'ਚ ਕੋਈ ਵੱਢਣ ਵਾਲਾ ਕੁੱਤਾ ਵੀ ਰਹਿੰਦਾ ਹੈ। ਪਰ ਉਸੇ ਗਲੀ 'ਚੋਂ ਉਹੀ ਕੁੱਤਾ ਤੁਹਾਨੂੰ ਦੁਬਾਰਾ ਕੱਟ ਜਾਏ, ਇਹਦਾ ਮਤਲਬ ਤੁਸੀਂ ਖੁਦ ਇੰਟਰਸਟਡ ਹੋ ਕਿ ਭਰਾਵਾ ਇੱਕ ਲੱਤ ਵੱਢੀ, ਦੂਜੀ ਮੇਰੀ ਕਿਉਂ ਨਹੀਂ ਵੱਢੀ ਤੂੰ? ਬਈ ਉਹਦੇ ਤੇ ਵੀ ਦੰਦ ਮਾਰ, ਉਹਦੇ ਤੇ ਵੀ ਚੱਕ ਮਾਰ। ਬੀਤੇ ਤੋਂ ਸਬਕ ਸਿੱਖਣਾ ਇਹ ਸਿਰਫ ਮਨੁੱਖ ਨੂੰ ਆਉਂਦਾ ਹੈ, ਨਾ ਪੰਛੀਆਂ ਨੂੰ ਆਉਂਦਾ ਹੈ, ਨਾ ਜਾਨਵਰਾਂ ਨੂੰ ਆਉਂਦਾ ਹੈ, ਕਿਉਂਕਿ ਉਹ ਅਗਲੀਆਂ ਆਪਣੀਆਂ ਜਨਰੇਸ਼ਨਾਂ ਨੂੰ ਐਜੂਕੇਟ ਨਹੀਂ ਕਰ ਸਕਦੇ। ਉਹਨਾਂ ਨੂੰ ਪਰਮਾਤਮਾ ਨੇ ਜੂਨੀ ਤਾਂ ਦਿੱਤੀ ਹੈ, ਪਰ ਮਨੁੱਖ ਜਿੰਨੀ ਵਡਿਆਈ ਨਹੀਂ ਦਿੱਤੀ ਜਿੰਨੀ ਵਡਿਆਈ ਪਰਮਾਤਮਾ ਨੇ ਮਨੁੱਖ ਨੂੰ ਦਿੱਤੀ ਹੈ। ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਕਿ ਰੱਬ ਦੀ ਕਰੋਪੀ ਤੇ ਬੰਦੇ ਦੀਆਂ ਮੂਰਖਤਾਈਆਂ ਦੁਨੀਆ ਦੇ ਵਿੱਚ ਇਹ ਸਾਬਤ ਕਰਨਗੀਆਂ ਕਿ ਹਿੰਦੁਸਤਾਨ ਦੀ ਇਹ ਦਸ਼ਾ ਹੈ, ਔਰ ਇਹਦੇ ਵਿੱਚ ਅਸੀਂ ਸਾਰੇ ਸ਼ਾਮਲ ਹਾਂ। ਛੋਟੇ ਤੋਂ ਛੋਟਾ ਪਰਿਵਾਰ ਵੀ ਸ਼ਾਮਲ ਹੈ, ਵੱਡੀ ਤੋਂ ਵੱਡੀ ਸਰਕਾਰ ਵੀ ਜ਼ਿੰਮੇਵਾਰ ਹੈ ਕਿ ਅਸੀਂ ਜਿਉਣ ਬਾਰੇ ਚਿੰਤਤ ਨਹੀਂ, ਅਸੀਂ ਮਰਨ ਤੋਂ ਡਰਦੇ ਨਹੀਂ। ਅੱਜ ਵੀ ਬੜੇ ਲੋਕ ਨੇ ਜਿਹੜੇ ਇਸ ਗੱਲ ਤੋਂ ਕੋਈ ਸਬਕ ਸਿੱਖਣ ਲਈ ਤਿਆਰ ਨਹੀਂ ਹੈਗੇ, ਉਹ ਲੜਦੇ ਨੇ ਗੁਰਦੁਆਰੇ ਆ ਕੇ। ਗੁਰਦੁਆਰੇ ਤੋਂ ਸਿਰਫ ਤੁਹਾਨੂੰ ਆਗਾਹ ਕੀਤਾ ਜਾ ਸਕਦਾ ਹੈ, ਬੇਨਤੀਆਂ ਕੀਤੀਆਂ ਜਾ ਸਕਦੀਆਂ ਨੇ। ਇਹ ਤਾਂ ਕੁਦਰਤ ਨੇ ਆਪਣੀ ਕਲਾ ਆਪ ਗੁਰੂ ਤੇਗ ਬਹਾਦਰ ਪਿਤਾ ਨੇ ਵਰਤਾਈ ਕਿ 2 ਮਹੀਨੇ ਪਹਿਲਾਂ ਹੀ ਆਪਣੀ ਬਾਣੀ ਦੀ ਕਥਾ ਸ਼ੁਰੂ ਕਰਾ ਦਿੱਤੀ। ਐਸਾ ਸੰਗਤ ਨੂੰ ਪ੍ਰੇਰਿਆ ਕਿ ਸਿੱਖ 9ਵੇਂ ਪਾਤਸ਼ਾਹ ਦੀ ਬਾਣੀ ਦਾ ਨਿਤਨੇਮ ਕਰਨ ਲੱਗ ਗਏ। ਕਈ ਐਸੇ ਸਿੱਖ ਨੇ ਜਿਹੜੇ ਪੂਰੀ ਬਾਣੀ ਰੋਜ਼ ਪੜ੍ਹਦੇ ਨੇ ਕਿ ਗੁਰੂ ਦੀ ਸ਼ਤਾਬਦੀ ਆ ਰਹੀ ਹੈ। ਮੈਂ ਸਮਝਦਾ ਵੀ ਇਹ ਸ਼ਤਾਬਦੀ ਮਨਾਉਣੀ ਉਹਨਾਂ ਦੀ ਹੈ, ਕਿਉਂਕਿ ਉਹਨਾਂ ਨੇ ਵੇਖਿਆ ਬਾਣੀ 'ਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਨੇ। ਉਹਨਾਂ ਨੂੰ ਸਮਝ ਆਈ ਕਿ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਕੀ ਨੇ। ਗੁਰੂ ਜੀ ਕਿਉਂ ਇਸ ਧਰਤੀ ਤੇ ਆਏ, ਕਿਉਂ ਇੰਨੇ ਸਾਲ ਉਹਨਾਂ ਨੇ ਭਗਤੀ ਕੀਤੀ, ਬੰਦਗੀ ਕੀਤੀ। ਬਹੁਤ ਲੰਬਾ 2 ਦਹਾਕਿਆਂ ਤੋਂ ਵੱਧ ਸਮਾਂ ਬਣਦਾ ਹੈ।
ਇੱਕ ਥਾਂ ਤੇ ਬੈਠ ਕੇ ਬੜੀ ਨਿਸ਼ਠਾ ਦੇ ਨਾਲ ਉਹਨਾਂ ਨੇ ਪਰਮਾਤਮਾ ਨੂੰ ਰਜਾਇਆ। ਫਿਰ ਜਦੋਂ ਗੁਰੂ ਬਣੇ ਤੇ ਫਿਰ ਨਾ ਕੁਝ ਧੀਰਮਲ ਨੂੰ ਕਿਹਾ, ਨਾ ਸ਼ੀਹੇ ਮਸੰਦ ਨੂੰ ਕਿਹਾ, ਨਾ ਉਹ ਜਿਹੜੇ ਅੰਤਰ ਸਰੀਏ ਅੰਮ੍ਰਿਤ ਸਰੀਏ ਸੀ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ, ਉਹਨਾਂ ਮਸੰਦਾਂ ਨੂੰ ਕੁਝ ਨਹੀਂ ਕਿਹਾ, ਬਖਸ਼ ਦਿੱਤਾ। ਸਗੋਂ ਸੱਚ ਇਹ ਹੈ ਕਿ ਇਹਨਾਂ ਲੋਕਾਂ ਦੀ ਸਾੜ ਸਤੀ ਨੂੰ ਮੁੱਖ ਰੱਖ ਕੇ ਸਤਿਗੁਰੂ ਜੀ ਪੂਰਬ ਵੱਲ ਚਲੇ ਗਏ, ਕਿਉਂਕਿ ਸਗਲੀ ਧਰਤੀ ਸਾਧਕੀ। ਦੇਖੋ ਸਾਧੂ ਦੀ ਧਰਤੀ ਜਿਹੜੀ ਹੈ ਨਾ, ਉਹ ਕੇਵਲ ਇੰਨੀ ਨਹੀਂ ਹੁੰਦੀ ਜਿੰਨੀ ਸਾਡੀ ਪਕੜ ਧਕੜ ਕਰਨ ਵਾਲੇ ਸੰਸਾਰੀਆਂ ਦੀ ਹੈ, ਕਿਉਂਕਿ ਸਾਨੂੰ ਤੇ ਪਤਾ ਸਾਡੇ ਘਰੋਂ ਬਾਹਰ ਨਿਕਲੇ ਤਾਂ ਅਗਲਿਆਂ ਨੇ ਉਦਾਂ ਹੀ ਧਾਂਬੜ ਦੇਣਾ। ਸਾਧੂ ਦੀ ਧਰਤੀ ਸੰਸਾਰ ਹੈ। ਮਸਕੀਨ ਸਾਹਿਬ ਸੁਣਾਉਂਦੇ ਹੁੰਦੇ ਸੀ ਉਹ ਕਥਾ ਕਿ ਇੱਕ ਸਾਧੂ ਸੜਕ ਦੇ ਕਿਨਾਰੇ ਤੇ, ਰਸਤੇ ਦੇ ਕਿਨਾਰੇ ਤੇ ਰੋਜ਼ ਬੈਠਦਾ ਸੀ। ਉੱਥੋਂ ਦੀ ਰਾਜਾ ਲੰਘਦਾ ਸੀ। ਸਾਲੋਂ ਸਾਲ ਬੀਤ ਗਏ। ਰਾਜੇ ਦੇ ਮਨ ਵਿੱਚ ਸ਼ਰਧਾ ਪੈਦਾ ਹੋਣੀ ਸ਼ੁਰੂ ਹੋ ਗਈ ਵੀ ਇਹ ਮੈਂ ਰੋਜ਼ ਇੱਥੋਂ ਲੰਘਦਾ, ਵੀ ਮੇਰੇ ਕੋਲੋਂ ਮੰਗਦਾ ਤੇ ਕੁਝ ਵੀ ਨਹੀਂ ਹੈ, ਇਹ ਕੋਈ ਉੱਚ ਪਾਏ ਦਾ ਕੋਈ ਸਾਧੂ ਮਹਾਤਮਾ ਹੋਏਗਾ। ਉਹਨੇ ਮਨ ਬਣਾਇਆ ਵੀ ਮੈਂ ਇਹਨੂੰ ਆਪਣੇ ਘਰ ਲੈ ਕੇ ਜਾਵਾਂ। ਇੱਕ ਦਿਨ ਰੁਕ ਗਿਆ, ਕਹਿਣ ਲੱਗਾ ਮਹਾਤਮਾ ਜੀ ਮੇਰੀ ਇੱਛਾ ਹੈ ਕਿ ਇੱਕ ਦਿਨ ਮੇਰੇ ਘਰ ਮੇਰੇ ਮਹਿਲਾਂ ਵਿੱਚ ਰਹੋ। ਤੇ ਸਾਧੂ ਨੇ ਆਪਣੀ ਬੋਰੀ ਚੁੱਕੀ, ਕਹਿਣ ਲੱਗਾ ਚਲੋ। तो उस कथा विच लिखिया है भी अद्धी शरदा राजे की उदों ही खत्म हो गई। वो कहते तो कुंडी पा के बैठा सी मैनू फसाउण लई भी कदों राजा सुला मारे तो कदों चला मैं। हुण राजा कह बैठा सी कर ले आया, अद्धी शरदा वो गवा चुका सी, रह गई अद्धी। हुण उसने बड़े कीमती वस्त्र दिते, बहुत सोहने कमरे विच उन्होंने ठहराया, अपने वर्गा उन्हें स्वादिष्ट भोजन परोसिया। रात बतीत हो गई तो सवेरे राजे ने आके हुण साधु नूं मत्था नहीं टेकिया, हाथ नहीं जोड़े। कहन लगा सुनाओ जी महात्मा जी की हाल है? कहंदा ठीक है। कहन लगा साधु तेरे ते मेरे च की फर्क है? वो कहंदा बड़ा फर्क है भाई, तू राजा है मैं साधु हाँ, ये तो बहुत फर्क है। कहंदा नहीं, जिहो जे कपड़े मैं पाए महंगे उहो जे राती तुसी भी पाए, जिहो जे महंगे बिस्तर ते मैं सुता उहो जे ते तुसी भी सुते, जेड़ा खाना मैं खादा तुसी खादा, ਜਿਹੜੇ ਮਹਿਲਾਂ 'ਚ मैं रात कटी उन्हां 'ਚ ਤੁਸੀਂ भी कटी है, ਤੁਹਾਡੇ ਮੇਰੇ 'ਚ ਕੀ फर्क है? कहन लगा ये ਤਾਂ तू महलों तो बाहर आएगा ਤਾਂ दसूगा। कहन लगा चलो। महलों तो बाहर आ गया, कहन लगा दसो। कहन लगा नहीं कुछ होर अगे आवेगा ਤਾਂ दसांगा। राजा होर अगे गया, वो साधु उन्होंने तोड़दा तोड़दा बॉर्डर ते लै गया राजे दे, जिथों तक राजे दे राज की हद सी, उस राज की सीमा सी। साधु उदों भी गांह हो तुरिया। राजा कहता जी मैनू जवाब चाहिए। कहन लगा अगे आ जा। कहन लगा जी मेरा तो राज ही खत्म हो गया। कहता बस इन्ना ही फर्क है तेरे ते मेरे विच, तेरी धरती इन्नी है साधु की धरती इन्नी नहीं होंदी।
ਸਾਧੂ ਲਈ ਸਾਰੀ ਧਰਤੀ ਆਪਣੀ ਹੈ। ਵੇਖੋ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਨੇ ਇੱਕ ਤਾਂ ਇੱਥੋਂ ਦਾ ਕਲੇਸ਼ ਮੁਕਾਇਆ ਪੰਜਾਬ ਵਾਲਾ, ਇੱਕ ਪੂਰਬ ਦਿਸ਼ਾ ਵੱਲ ਜਾ ਕੇ ਜਿੱਥੇ ਲੋਕਾਂ ਨੂੰ ਮਾਰਗ ਦਰਸ਼ਨ ਦਿੱਤਾ, ਧਰਮ ਦ੍ਰਿੜ ਕਰਾਇਆ, ਉੱਥੇ ਅਸਾਮ ਦੇ ਵਿੱਚ ਜਾ ਕੇ ਰਾਜਾ ਰਾਮ ਸਿੰਘ ਦਾ ਉੱਥੋਂ ਦੇ ਰਾਜੇ ਨਾਲ ਸਮਝੌਤਾ ਵੀ ਕਰਾਇਆ, ਕਿਉਂਕਿ ਜਿਹੜਾ ਰਾਜਾ ਰਾਮ ਸਿੰਘ ਸੀ ਉਹਨੂੰ ਔਰੰਗਜ਼ੇਬ ਨੇ ਇੱਕ ਖਾਸ ਮੁਹਿੰਮ ਤੇ ਚੜਾ ਦਿੱਤਾ ਕਿ ਤੂੰ ਅਸਾਮ ਫਤਿਹ ਕਰਨੀ ਹੈ। ਪਰ ਉੱਥੇ ਜਿਹੜਾ ਵੀ ਅੱਜ ਤੱਕ ਕੋਈ ਚੜ੍ਹਾਈ ਕਰਕੇ ਗਿਆ ਵਾਪਸ ਹੀ ਨਹੀਂ ਆਇਆ। ਉੱਥੇ ਲੋਕ ਉਹ ਜਾਦੂ ਟੂਣੇ ਚਲਾਉਂਦੇ ਸੀ, ਜਿਹੜਾ ਰਾਜਾ ਜਾਂਦਾ ਸੀ ਉਹਨੂੰ ਮੁਰਛਾ ਹੋ ਜਾਂਦੀ ਸੀ, ਉਹਨੂੰ ਭੂਤ ਪ੍ਰੇਤ ਕਮਲਾ ਰਮਲਾ ਕਰਕੇ ਉਦੋਂ ਹੀ ਮਾਰ ਦਿੰਦੇ ਸੀ। ਅੱਜ ਵੀ ਗੁਰਦੁਆਰਾ ਧੋਬੜੀ ਸਾਹਿਬ ਉੱਥੇ ਮੌਜੂਦ ਹੈ, ਬਿਲਕੁਲ ਬ੍ਰਹਮਪੁੱਤਰ ਨਦੀ ਦੇ ਕੰਢੇ ਤੇ ਹੈ। ਮੈਂ ਵੀ ਦਰਸ਼ਨ ਕੀਤੇ ਨੇ, ਦਾਸ ਵੀ ਉੱਥੇ ਗਿਆ ਹੈ। ਫਿਰ ਗੁਰੂ ਜੀ ਨੇ 5 ਸਾਲ ਆਪਣਾ ਪਰਿਵਾਰ ਵੀ ਪਟਨਾ ਸਾਹਿਬ ਰੱਖਿਆ ਤਾਂ ਕਿ ਬਾਲਕ ਸ਼੍ਰੀ ਗੋਬਿੰਦ ਰਾਏ ਜੀ ਦੀ ਪਰਵਰਿਸ਼ ਵੀ ਠੀਕ ਹੋ ਜਾਏ ਤੇ ਸਾੜ ਸਤੀ ਤੋਂ ਕਲੇਸ਼ ਤੋਂ ਵੀ ਦੂਰ ਰਿਹਾ ਜਾਏ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਬਣਨ ਦੀ ਖੁਸ਼ੀ ਕਿਸੇ ਨੂੰ ਨਹੀਂ ਹੋਈ। ਧੀਰਮਲ ਵਰਗੇ ਮਰਨ ਤੱਕ ਚਲੇ ਗਏ, ਅੰਤਰਸਰੀਏ ਮਸੰਦ ਜਿਹੜੇ ਸੀ ਉਹ ਤਾਂ ਕਵਾੜੀ ਬੰਦ ਕਰ ਗਏ। ਇਹ ਸਾਰਾ ਕੁਝ ਨਾਲ ਨਾਲ ਹੀ ਚੱਲਦਾ ਹੈ। ਕਈ ਵਾਰੀ ਸਾਨੂੰ ਇੱਦਾਂ ਲੱਗਦਾ ਵੀ ਨਹੀਂ ਕਿ ਕਿਸੇ ਨੇ ਸਾਡੀ ਬੁਰਾਈ ਕਿਉਂ ਕੀਤੀ ਹੈ। ਨਹੀਂ, ਇਹ ਤੇ ਭਾਈ ਨਾਲ ਹੀ ਚੱਲਣੀ ਹੈ ਤੁਹਾਡੇ। ਕੋਈ ਭਲਾ ਕਹੋ, ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਗੁਰੂ 9ਵੇਂ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਆਪਣੀ ਬਾਣੀ ਆਪ ਹੀ ਪੜ੍ਹਾ ਲਈ ਉਹਨਾਂ ਨੇ। ਔਰ ਅੱਜ ਉਹਨਾਂ ਹੀ ਗੁਰਸਿੱਖਾਂ ਦੀ ਸ਼ਤਾਬਦੀ ਮੁਬਾਰਕ ਹੈ ਜਿਨ੍ਹਾਂ ਨੇ ਇਹ ਸ਼ਲੋਕਾਂ ਦੀ, ਸ਼ਬਦਾਂ ਦੀ ਵਿਚਾਰ ਸੁਣ ਲਈ ਹੈ। ਉਹਨਾਂ ਨੂੰ ਤੇ ਫਾਇਦਾ ਹੋਏਗਾ, ਤੇ ਜਿਨ੍ਹਾਂ ਨੇ ਸੁਣਿਆ ਹੀ ਕੁਝ ਨਹੀਂ। ਇਹ ਠੀਕ ਹੈ ਕਿ ਵੱਡੇ ਵੱਡੇ ਸਮਾਗਮ ਇੱਕ ਜਲਾਓ ਹੁੰਦੇ ਨੇ। ਇਹਨਾਂ ਖੁਸ਼ੀਆਂ ਦੇ ਵਿੱਚ ਕੌਮਾਂ, ਉਹਨਾਂ ਧਰਮਾਂ ਦੇ ਅਨੁਯਾਈ ਲੋਕ ਬੜੇ ਬੜੇ ਖੁਸ਼ੀ ਦੇ ਲੰਗਰ ਵੀ ਲਾਉਂਦੇ ਨੇ। ਇਹ ਸਾਰਾ ਕੁਝ ਖੁਸ਼ੀ ਦੇ ਨਾਲ ਸੰਬੰਧਿਤ ਹੁੰਦਾ ਹੈ, ਪਰ ਇਹਦਾ ਅਰਥ ਸਿਰਫ ਦੂਸਰਿਆਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਕਰਨਾ ਹੁੰਦਾ ਹੈ, ਗਿਆਨ ਨਹੀਂ, ਕੇਵਲ ਉਤਸ਼ਾਹ। ਗਿਆਨ ਤਾਂ ਸਿਰਫ ਬਾਣੀ ਪੜ੍ਹ ਕੇ ਹੀ ਆਏਗਾ, ਬਾਣੀ ਨੂੰ ਸਮਝ ਕੇ ਆਏਗਾ। ਹੁਣ ਇੱਕ ਮੇਲੇ ਦੇ ਵਿੱਚ ਤੁਸੀਂ ਜਾਓਗੇ ਤੇ ਠੀਕ ਹੈ, ਤੁਹਾਨੂੰ ਕੁਝ ਘੰਟੇ ਉਹ ਰੌਣਕ ਜਿਹੜੀ ਹੈ ਉਹ ਉਤਸ਼ਾਹਤ ਕਰੇਗੀ, ਪਰ ਉਹ ਉਤਸ਼ਾਹ ਤੁਹਾਡਾ ਸਦੀਵੀ ਸੁੱਖ ਬਣ ਜਾਏ, ਤੁਹਾਡੀ ਜੀਵਨ ਜਾਂਚ ਬਣ ਜਾਏ, ਤੁਹਾਡਾ ਮਾਰਗ ਦਰਸ਼ਨ ਬਣ ਜਾਏ, ਇਹ ਸੰਭਵ ਨਹੀਂ ਹੈ। ਇਸੇ ਕਰਕੇ ਜਿੰਨਾ ਚਿਰ ਅਸੀਂ ਵਿਆਹ ਸ਼ਾਦੀ 'ਚ ਰਹਿੰਦੇ ਹਾਂ, ਉਹ ਨੱਚਣ ਟੱਪਣ ਵਾਲਾ ਮਾਹੌਲ ਸਾਨੂੰ ਹਿਲਾਉਂਦਾ ਰਹਿੰਦਾ ਹੈ। ਜਿਵੇਂ ਅਸੀਂ ਉੱਥੋਂ ਨਿਕਲ ਕੇ ਆਪਣੀ ਕਾਰ 'ਚ ਬਹਿੰਦੇ ਹਾਂ, ਉਹੀ ਟੈਲੀਫੋਨ, ਉਹੀ ਲੈਣੇ ਦੇਣੇ, ਉਹੀ ਝਮੇਲੇ, ਉਹੀ ਇਛਾਈਆਂ ਬੁਰਾਈਆਂ, ਉਹੀ ਚਿੰਤਾਵਾਂ, ਉਹੀ ਫਿਕਰ, ਉਹੀ ਬੈਂਕ ਲੋਨ, ਉਹੀ ਗੱਲਾਂ ਸਾਰੀਆਂ ਫਿਰ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਨੇ। ਘਰ ਜਾਂਦਿਆਂ ਤੱਕ ਤੇ ਵੀ ਭੁੱਲ ਜਾਂਦੇ ਵੀ ਆਪਾਂ ਘੰਟਾ ਨੱਚਦੇ ਰਹੇ ਡੀਜੇ ਲਾ ਕੇ, ਉਹ ਖਤਮ ਹੋ ਗਿਆ।
ਪਰ ਜਿਹੜੇ ਵਿਅਕਤੀ ਗੁਰਬਾਣੀ ਨੂੰ ਸੁਣਨਗੇ, ਜਿਹੜੇ ਵਿਅਕਤੀ ਗੁਰਬਾਣੀ ਨੂੰ ਪੜ੍ਹਨਗੇ, ਕਿਉਂਕਿ ਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ, ਕੋਈ ਬੰਦਾ ਗੁਰੂ ਨਹੀਂ ਹੈ। ਇਹ ਗੱਲ ਸਾਨੂੰ 10 ਗੁਰੂਆਂ ਨੇ ਆਪ ਦੱਸੀ ਹੈ। ਨਹੀਂ ਤਾਂ ਗੁਰੂ ਸਾਹਿਬਾਨਾਂ ਨੇ ਕਹਿਣਾ ਸੀ ਭਾਈ ਸਾਡੇ ਬੁੱਤ ਬਣਾਓ, ਮੂਰਤੀਆਂ ਬਣਾਓ। 33 ਕਰੋੜ ਦੇਵੀ ਦੇਵਤਿਆਂ ਦੀ ਮੂਰਤੀ ਦੀ ਕੀ ਲੋੜ ਹੈ? ਵੱਖਰੀ ਕੌਮ ਹੈ, ਵੱਖਰਾ ਧਰਮ ਹੈ। ਜਿਹੜੀਆਂ ਸਾਡੀਆਂ ਧਰਮਸ਼ਾਲਾ ਨੇ ਉੱਥੇ ਕਿਸੇ ਦੇਵੀ ਦੇਵਤੇ ਦੀ ਮੂਰਤੀ ਨਹੀਂ ਹੋ ਸਕਦੀ, ਸਾਡੀ ਮੂਰਤੀ ਹੋਏਗੀ। ਉਹਦੀ ਪੂਜਾ ਅਰਚਾ ਤੁਸੀਂ ਕਰਨੀ ਹੈ ਨਾ। ਕਿਸੇ ਗੁਰੂ ਨੇ ਸਾਨੂੰ ਕਿਸੇ ਸਰੀਰ ਤਸਵੀਰ ਨਾਲ ਨਹੀਂ ਜੋੜਿਆ। ਇਸ ਤੋਂ ਵੱਡਾ ਕੀ ਹੋ ਸਕਦਾ ਹੈ ਕਿ ਗੁਰੂ ਕਲਗੀਧਰ ਪਿਤਾ ਜੀ ਨੇ ਅੰਮ੍ਰਿਤ ਆਪ ਛਕਾਇਆ, ਖਾਲਸਾ ਆਪ ਪ੍ਰਗਟ ਕੀਤਾ। 1699 ਦੀ ਵਿਸਾਖੀ ਤੇ ਸਾਰੇ ਪ੍ਰਬੰਧ ਜਿਹੜੇ ਨੇ ਖੁਦ ਆਪ ਕੀਤੇ ਨੇ। ਸੰਗਤ ਆਪ ਬੁਲਾਈ ਹੈ, ਸੀਸ ਆਪ ਮੰਗੇ ਨੇ, ਬਾਟਾ, ਖੰਡਾ, ਜਲ, ਪਤਾਸੇ ਸਭ ਪ੍ਰਬੰਧ ਆਪ ਕੀਤਾ ਹੈ। ਪਰ ਜਦੋਂ ਖਾਲਸਾ ਪ੍ਰਗਟ ਹੋ ਗਿਆ ਤਦੋਂ ਆਖਿਆ ਵੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਕੀ ਹੋਣਾ ਚਾਹੀਦਾ ਸੀ? ਮੇਰੀ ਮੱਤ ਮੁਤਾਬਕ, ਤੁਹਾਡੀ ਮੱਤ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਕਾ ਖਾਲਸਾ, ਗੁਰੂ ਗੋਬਿੰਦ ਸਿੰਘ ਜੀ ਕੀ ਫਤਿਹ। ਮੈਂ ਕੀਤਾ ਤੇ ਮੇਰਾ ਹੀ ਨਾਂ ਹੋਣਾ ਚਾਹੀਦਾ? ਨਹੀਂ। ਗੁਰੂ ਕਲਗੀਧਰ ਪਿਤਾ ਨੇ ਕਿਹਾ ਨਹੀਂ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਇਹ ਤੇ ਮੇਰੇ ਪਿਤਾ ਗੁਰੂ ਜੀ ਨੇ ਕਿਹਾ ਸੀ ਕਿ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਜਹਾਂ ਕਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਤੇ ਗੁਰੂ ਜੀ ਕਹਿੰਦੇ ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਪਿਤਾ ਜੀ ਮੈਂ ਪੰਥ ਕਿਵੇਂ ਚਲਾ ਸਕਦਾ? ਇਹ ਤੇ ਤੁਸੀਂ ਸਹਾਇਤਾ ਕਰੋਗੇ ਤੇ ਚੱਲ ਜਾਏਗਾ। ਇਸੇ ਕਰਕੇ ਉਹਨਾਂ ਨੇ ਆਪੇ ਨੂੰ ਉਹਦੇ ਵਿੱਚ ਪਾਇਆ ਹੀ ਨਹੀਂ, ਆਪੇ ਨੂੰ ਉਹਦੇ ਚੋਂ ਮਨਫੀ ਕਰ ਦਿੱਤਾ, ਖਤਮ ਕਰ ਦਿੱਤਾ। ਹਰ ਸਿੱਖ ਨੂੰ ਕਿਹਾ ਕਿ ਤੂੰ ਵਾਹਿਗੁਰੂ ਦਾ ਖਾਲਸਾ ਹੈ ਭਾਈ, ਤੂੰ ਰੱਬ ਦਾ ਬੰਦਾ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਸਰਕਾਰਾਂ ਵੀ ਜਦੋਂ ਐਮਰਜੈਂਸੀ ਹੁੰਦੀ ਹੈ ਤੇ ਫੌਜ ਬੁਲਾਉਂਦੀਆਂ ਨੇ। ਭਾਈ ਸਿੱਖੋ ਤੁਸੀਂ ਤੇ ਪਰਮਾਨੈਂਟ ਅਕਾਲ ਪੁਰਖ ਦੀ ਫੌਜ ਹੋ। ਅੱਜ ਬੜੀ ਸੋਹਣੀ ਇੱਕ ਪੋਸਟ ਘੁੰਮਦੀ ਹੈ, ਉਹ ਕਹਿੰਦੇ ਜਿੱਥੇ ਸਰਕਾਰ ਨਹੀਂ ਮਿਲੇਗੀ ਉੱਥੇ ਸਰਦਾਰ ਮਿਲੇਗਾ। ਸਰਕਾਰ ਆਵੇ ਜਾਂ ਨਾ ਆਵੇ, ਤੁਹਾਡੀ ਮਦਦ ਲਈ ਸਰਦਾਰ ਜ਼ਰੂਰ ਆਏਗਾ। तो दिल्ली कमेटी ने फैसला किया बैड लाने का, ऑक्सीजन जनरेट करने दी मशीनां मंगाइया ने, क्योंकि असी यतन ही कर सकते हैं। कल शाम को जनरल सकत्तर साहब ने इत्थे आके अपील भी की है, 2 दिन पहला भी की है, और ये बेनती भी की है भी ये कारज संगतां दे सहयोग नाल हो सकते हैं। गुरु दे घर कदे भी सरकारी चंदे नाल नहीं चलते। बथेरा अकबर वर्गिया ने जोर लाया सी जी जगीर लै लो, मैं लंगर छके है। गोइंदवाल साहब की गल है, मैनू बड़ा आनंद आया है। ये लंगर चलते रहने चाहिए ने। सतगुरां ने गुरु अमरदास ने की किया सी, आख्या बादशाह सरकारां लंगर नहीं चला सकदियां, ये संगतां गुरु नानक दीयां संगतां चलाउणगियां, और चलाए और चल रहे ने। कदे कोई तोटा आई है? हुण भी नहीं आउणी। जदों दी 3-4 दिनां दी बेनती कीती है, दिन रात बाहरों विदेशों तो भी फोन आउंदे ने
क्योंकि असी सारे किरती हैं। हर महीने साडा दसवंध आ जाता है। असी सारे रब नूं गुरु नूं मनण वाले आ। असी रोज पाठ करते हैं, रोज साडे विच दया पैदा हुंदी है। रोज दीयां परिस्थितियां तो साडा मन पतीजदा है। असी चाहुंदे आ कि जे मैं सुख विच आ तो मेरा कोई भरा दुख विच नहीं होना चाहिए। वंड छकण का अर्थ की है? स्टोरेज ना करो। मैं कल भी किसी ने कहा, मैं क्या जी मैनू ऑक्सीजन सिलेंडर चाहिए ने, कहते एक घर रख लो। मैं क्या भाजी मैं अपने लिए रख लवां, मैं तो ठीक ठाक हाँ। हुण मैनू हो सकता लोड़ पवे ही ना, वाहिगुरू कृपा करे। पर जे वो सिलेंडर किसी नूं मैं बिमार नूं दे देंगा तो हो सकता इस करोने दे विच कई बंदियां दी जान बच जाए। मैं अज उन्हां वीरां नूं भी बेनती करांगा जिन्हां ने डरदे ही कम स्टोरेज वाला कर लिया, इस मरण वालियां दे विच वो भी दोषी ने। ये जिहड़ी बहुती अफड़ा दफड़ी होई इसे गल तो होई है कि असीं डरदे ही दवाइयां अंदर वाड़ी जाने आ, डरदे ही गैस सिलेंडर अंदर वाड़ी जाने आ। जरूरत है नहीं गी तो की सिलेंडर की गारंटी है भी बचा लेगा? जे मौत आनी होई तो सिलेंडर नहीं बचा पाएगा। इस करके उन्होंने कढ़ो। जे तुहाडे गुआंढी नूं लोड़ है तो उन्होंने दिओ, पहला उहदी मदद करो। फिर तो कोई बाणी पढ़न वाले ही कर सकते, दूजा कौन करेगा? जिन्हें लोगों का माल भी इकट्ठा कर लिया वो नहीं कर सकेगा। जिन्हों आदत है, जिन्हों सुभाव है गुरु का कि तू हर महीने दसवंध कढ़ना है, जिन्ना कढ़ना है वो तो पूछ रहे हैं भी ये दसवंध भेजीए किवें असीं। फिर उन्होंने अकाउंट भेजीदा कि आ NRI अकाउंट है, दिल्ली से गुरुद्वारा प्रबंधक कमेटी का अपना अकाउंट है, स्टेट बैंक ऑफ इंडिया का। तुसीं दुनिया के किसी कोने चों भी माया भेज सकते हो, पर शायद घरों ऑनलाइन नहीं हुंदी, वो बैंक तो जाके वायर करनी पैंदी है। सो आओ आप सारे एक कारवां बनाइए, असी दुनिया का दुख वंडाइए। गुरबाणी, सारी गुरबाणी का उपदेश ये हुई है। नहीं तो याद रखना कि संग सखा सब तज गए, कहू न निभ्यो साथ। आ जिहड़े असी लाम लश्कर लैके तुरे फिरदे आ, ये छड्ड जाणगे। ये सुखां करके जुड़े हुए ने, इन्हां नूं लालच ने, इन्हां नूं तुहाडे कोलों आसां ने। ते जिदन इन्हां दीयां आसां ना पूरीआं हुंदियां लगियां, पुछ लो गुरु साहब नूं। ये संसारे के कुटुंब जो मित्र भाई दीसै मन मेरे, ते सब अपने स्वाए मलासा। ये लालची बंदियां दा गठ जोड़ है, जिहड़ा जिन्हों असीं परिवार कहने आ, जिन्हों असीं संसार कहने आ। जित दिन उनका स्वभाव होए ना आवे, तित दिन नेड़े को ना टुकासा। एक दिन एक बंदे नूं जवाब दे के वेखो तुसीं कि नहीं भाजी ये काम मैं तुहाडा नहीं कर सकदा, पिछली कीती कतरी भी गई। जो पहला कीता वो भी गया। ये तो जिचर पहनन खावणे तिचर सेती गंढ। जिन्ना चिर खान पहनण लई दिंदे रहोगे ये मिठा बोलणगे, तो जिदन इन्हों देणों बंद कर दोगे ये चुप नहीं करनगे, माड़ा बोलणगे तुहानूं। सतगुरु पिता महाराज समझाउंदे ने, कहो नानक यह बिपत में टेक एक रघुनाथ। जदों जीवन का आखिरी समा आना है तो बंदिया एक गल याद रखी, परमात्मा तो बिना तेरा संगी कोई नहीं होएगा, कोई साथी नहीं होएगा। वैदो ना भाई भैणो ना भाई, एको सहाई राम ही। अज यही कुछ हो रहा है।
परसों की गल है, गुरुद्वारा मोती बाग साहब कोई आनंद कार्य सी, बड़े थोड़े जे 5 7 10 जी होणगे। मैनू भी उत्थे जाण दा मौका मिलिया तो जिस वीर ने मैनू बुलाया सी, कहंदा ज्ञानी जी तुसी किसी करोने पेशेंट नू वेखिया? मैं कहा नहीं। कहंदा वेखियो भी ना। कहंदा पिछले साल मैं अपने भरा नू वेखिया। कहंदा वो मंजर मैनू भुलदा नहीं है। जदों साह नहीं आउंदा ना, तो जो उस पेशेंट की हालत तुहाडीआं अखां दे सामने है, और खास करके फिर जदों कोई तुहाडी माँ होवे, प्यो होवे, भरा होवे, बच्चा होवे, भैन होवे, बहुत औखा है। असीं सुणदे सी अहम आदमी हाँ एक दमी। हुण समझ आई भी दम का मतलब की है। एक साह आवे तो असीं हैगे, एक साह ना आवे तो असीं नहीं हैगे। पानी घंटिया बद्धी ना मिले, भोजन दिनां बद्धी, महीनों बद्धी भी ना मिले, बंदा बच जाता है। और यह भी चेता रखना, ऑक्सीजन ब्रेन नूं 1 सैकंड ना मिले तो डैड हो जाता है। अजे हार्ट नूं ना मिले तो थोड़ा टाइम फिर कढ़ जाता है। डॉक्टर करंट लाउंदे ने, मूँह थाणी साह देंदे ने, फिर चल पैंदा है। दिमाग नहीं जी चलता, एक विदिन सैकंड खत्म हो जाता है, डेड हो जाता है। इस कोरोने ने सानू ये भी समझा दिता भी हवा की कीमत कितनी है। ये पानी नालों भी महंगा है, ये दुनिया की हर वस्तु नालों महंगा है। अज जिहड़ा इंडिया इन्ना डिस्टर्ब होया सिर्फ हवा करके, ऑक्सीजन करके होया। अजे बाकी चीज़ का कोई चर्चा नहीं है कि दवाइयां नहीं जी, टीके नहीं जी, जां उस बेवकूफ़ी करके होया कि वो वैक्सीन जिहड़ी अपने मुल्क के लोगों को ला के बचाउणी चाहिदी सी, असीं उहदी मार्केटिंग च लगे रहे। अमेरिका वर्गे मुल्क ने पहला काम यही किया है, कोई पहला अपने लोग बचाए फिर दुनिया बचाने की गल की है। अज वो कहता इंडिया को, कहता मैं तुहाडी मदद करदा। असीं अपने आप को नहीं बचाया। सतगुरु बाणी विच समझाउंदे ने, बंदिया इस गल का ध्यान रखी, ये जिहड़े संसारे दे कुटुंब ने ना, मित्र भाई ने, ये स्वार्थी ने। ठीक है, तू लोगों के काम करेंगा, लोग तेरे नाल जुड़े रहणगे। जिद्दन तू नहीं करेंगा, ये छड्ड के नहीं जाणगे, माड़ा भी बोलणगे। सारंग महला 9वां जिहड़ा अज शब्द विचारिया जाना है, सारंग राग दे विच है। गुरु नौवें पिता महाराज समझाते ने, मन कर कबहू न हर गुण गायो, हे मालक, हे परमात्मा। मन करके, अंतर आत्मा करके, अंदरों हिरदे करके मैं कदे तेरा ना ही नहीं लिया, मैं कदे तेरी वडियाई सिफत ही नहीं की। जिहड़ा असीं धर्म कर्म करते हैं ना, ये भी साडा लोकाचार है। और उहदी कई बारी मैं बेनती की है कि किसी के घर बच्चे का विआह सी, हुण घरदियां ने अखंड पाठ साहब रख लिया। उत्थे कोई दोस्त मित्र, कोई रिश्तेदार, भैन भरा, कोई गुरु का बख्शिया सिख आ गया। उन्हें की वेख्या, पाठ चल रहा है, कोई सुनने वाला ही है नहीं उत्थे। वो बैठा रहा, कोई प्रसाद देने वाला भी है नहीं सी, कल्ला पाठी पाठ करी जाता है। हुण पता नहीं प्रसाद उन्हें आप लिया जो उन्होंने किसी ने दिता होएगा, कि वो मिलिया कि नहीं मिलिया। पर जिन्हें ये गल बनाई, वो बनाई बड़ी वधिया है।
ਉਹ ਬਾਹਰ ਨਿਕਲਿਆ, ਨਿਕਲ ਕੇ ਘਰ ਵਾਲਿਆਂ ਨੂੰ ਕਹਿੰਦਾ ਵੀ ਤੁਸੀਂ ਦੀਨ ਦੁਨੀਆ ਦੇ ਮਾਲਕ ਨੂੰ ਆਪਣੇ ਘਰ ਲੈ ਕੇ ਆਏ ਹੋ, ਘਰ ਵਿੱਚ ਖੰਡ ਪਾਠ ਹੈ ਤੇ ਤੁਸੀਂ ਮਹਾਰਾਜ ਦੇ ਕੋਲ ਬਹਿੰਦੇ ਹੀ ਨਹੀਂ ਭਾਈ, ਕੋਈ ਪਾਠ ਸੁਣ ਹੀ ਨਹੀਂ ਰਿਹਾ, ਪਾਠੀ ਆਪੇ ਪੜ੍ਹੀ ਜਾਂਦਾ। ਤੇ ਉਹ ਹੁਣ ਘਰ ਵਾਲੇ ਕੀ ਕਹਿੰਦੇ ਨੇ, ਕਹਿੰਦੇ ਵੀ ਦੱਸੋ, ਤੁਸੀਂ ਦੱਸੋ, ਘਰ 'ਚ ਵਿਆਹ ਹੈ ਕਾਕੇ ਦਾ, ਹੁਣ ਤਿਆਰੀ ਕਰੀਏ, ਪ੍ਰਬੰਧ ਕਰੀਏ, ਆਏ ਗਏ ਨੂੰ ਚਾਹ ਪਾਣੀ ਪੁੱਛੀਏ ਕਿ ਪਾਠ ਸੁਣੀਏ। ਉਹ ਕਹਿੰਦਾ ਵੀ ਤੁਹਾਡੀ ਇਹ ਵੀ ਗੱਲ ਠੀਕ ਹੈ, ਆਏ ਗਏ ਨੂੰ ਅਟੈਂਡ ਕਰਨਾ ਵੀ ਜ਼ਰੂਰੀ ਹੈ, ਵਿਆਹ ਦੀ ਤਿਆਰੀ ਕਰਨੀ ਵੀ ਜ਼ਰੂਰੀ ਹੈ, ਪਰ ਤੁਹਾਨੂੰ ਇਦਾਂ ਚਾਹੀਦਾ ਸੀ ਵੀ ਪਾਠ ਤੁਸੀਂ ਉਦੋਂ ਕਰਾਉਣਾ ਸੀ ਜਦੋਂ ਤੁਹਾਡੇ ਕੋਲ ਫੁਰਸਤ ਹੁੰਦੀ, ਵੀ ਜਾਂ ਤੇ ਮਹੀਨਾ ਪਹਿਲਾਂ ਕਰਾ ਲੈਂਦੇ ਜਾਂ ਮਹੀਨਾ ਬਾਅਦ 'ਚ ਕਰਾ ਲੈਂਦੇ। ਜਦੋਂ ਵਿਹਲੇ ਹੋ ਜਾਂਦੇ ਉਦੋਂ ਆਰਾਮ ਨਾਲ ਪਾਠ ਕਰਾਉਂਦੇ, ਬਾਣੀ ਸੁਣਦੇ, ਮਹਾਰਾਜ ਦੀਆਂ ਹਾਜ਼ਰੀਆਂ ਭਰਦੇ, ਖੁਸ਼ੀਆਂ ਲੈਂਦੇ। ਹੁਣ ਘਰ ਵਾਲਿਆਂ ਨੇ ਜਿਹੜੀ ਅਗਲੀ ਗੱਲ ਕੀਤੀ ਉਹ ਸਿਰੇ ਲਾਤੀ। ਉਹ ਕਹਿੰਦੇ ਭਾਈ ਸਾਹਿਬ ਤੁਹਾਡੀ ਇਹ ਵੀ ਗੱਲ ਠੀਕ ਹੈ, ਪਰ ਤੁਹਾਨੂੰ ਇੱਕ ਗੱਲ ਦਾ ਪਤਾ ਨਹੀਂ ਕਿ ਜੇ ਅਸੀਂ ਵਿਆਹ ਤੋਂ ਪਹਿਲਾਂ ਪਾਠ ਇੱਦਾਂ ਨਾ ਕਰਾਉਂਦੇ ਤੇ ਲੋਕਾਂ ਨੇ ਸਾਨੂੰ ਛੱਡਣਾ ਨਹੀਂ ਸੀ, ਲੋਕਾਂ ਨੇ ਕਹਿਣਾ ਸੀ ਵੀ ਮੁੰਡਾ ਤੇ ਵਿਆਹ ਲਿਆ, ਪਾਠ ਤੇ ਕਰਾਇਆ ਹੀ ਨਹੀਂ। ਉਹ ਕਹਿਣ ਲੱਗਾ ਜੀ ਮੈਨੂੰ ਤੇ ਹੁਣ ਸਮਝ ਆਈ ਹੈ ਵੀ ਤੁਸੀਂ ਲੋਕਾਂ ਕਰਕੇ ਪਾਠ ਕਰਾਇਆ। ਅਸੀਂ ਜਿੰਨੀ ਕੁ ਬਾਣੀ ਪੜ੍ਹਦੇ ਹਾਂ ਨਾ, ਸਿਰਫ ਆਪਣੀ ਇੱਜ਼ਤ ਬਚਾਉਣ ਵਾਸਤੇ ਪੜ੍ਹੀ ਜਾਂਦੇ ਵੀ ਲੋਕ ਕਹਿਣ ਵੀ ਇਹ ਬਾਣੀ ਵੀ ਪੜ੍ਹਦਾ, ਕਿਤੇ ਇਹਨਾਂ ਲੋਕ ਕਹਿੰਦੇ ਨੇ ਤੇ ਬਾਣੀ ਪੜ੍ਹਦਾ ਹੀ ਨਹੀਂ। ਉਹ ਜਿੰਨਾ ਕੁ ਅਸੀਂ ਧਰਮ ਕਰਮ ਕਰ ਰਹੇ ਹਾਂ ਨਾ, ਉਹ ਇਹੀ ਹੈ। ਇਹੋ ਹੀ ਕਾਰਨ ਹੈ ਕਿ ਅੱਜ ਕੋਈ ਵੀ ਧਰਮ ਕਰਮ ਜਿਹੜਾ ਹੈ ਉਹ ਫੋਟੋ ਤੋਂ ਬਿਨਾ, ਵੀਡੀਓ ਤੋਂ ਬਿਨਾ ਹੋ ਹੀ ਨਹੀਂ ਰਿਹਾ। ਨਹੀਂ ਤੇ ਇਹ ਆਪਣਾ ਅਡਿਵੀਜ਼ਨਲ ਹੈ, ਸਾਡਾ ਆਪਣਾ ਨਿੱਜੀ ਹੈ। ਬੜੀ ਦੁਨੀਆ ਹੈ ਜਿਹੜੀ ਇਹੋ ਜਿਹੇ ਕਿਸੇ ਨਕਸ਼ੇ ਤੇ ਨਹੀਂ ਹੈ। ਸੇਵਾ ਵੀ ਉਹੀ ਕਰਦੇ ਨੇ ਔਰ ਫਲ ਵੀ ਉਹੀ ਪੁੰਚਦੇ ਨੇ। ਜਿਹੜੇ ਆਪਾਂ ਨਾ, ਆਪਾਂ ਨੂੰ ਮਿਲਦਾ ਵੀ ਕੁਝ ਨਹੀਂ ਹੈ। ਮੈਨੂੰ ਇੱਕ ਦਿਨ ਇੱਕ ਬੜੇ ਰਾਜਨੀਤਿਕ ਆਦਮੀ ਨੇ ਇੱਕ ਗੱਲ ਸੁਣਾਈ। ਕਹਿੰਦਾ ਮੈਂ ਕਿਸੇ ਦੇ ਘਰ ਬੈਠਾ ਸੀ, ਉੱਥੇ ਕੋਈ ਸਰਕਾਰੀ ਕੋਈ ਮੰਤਰੀ ਵੀ ਬੈਠਾ ਸੀ, ਉੱਥੇ ਕੋਈ ਵਿਆਹ ਦਾ ਕਾਰਡ ਦੇਣ ਆ ਗਿਆ। ਉਸ ਘਰ ਵਾਲਿਆਂ ਨੂੰ ਜਿਸ ਘਰ ਵਿੱਚ ਕਹਿੰਦੇ ਅਸੀਂ ਬੈਠੇ ਸੀ, ਉਹਨਾਂ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਵਿਆਹ ਦੇ ਕਾਰਡ ਵੰਡਣ ਵਾਲਿਆਂ ਨੇ ਕਿ ਮੰਤਰੀ ਸਾਹਿਬ ਤੁਸੀਂ ਤੇ ਕਮਾਲ ਹੋ ਗਈ, ਇੱਥੇ ਹੀ ਮਿਲ ਗਏ, ਨਹੀਂ ਤੇ ਮੈਂ ਤੇ ਤੁਹਾਡੇ ਘਰ ਆਉਣਾ ਸੀ, ਬੱਚੇ ਦਾ ਵਿਆਹ। ਉਹ ਕਹਿੰਦਾ ਵੀ ਵਧਾਈਆਂ ਹੁਣ ਤੁਹਾਨੂੰ ਭਾਈ। ਉਹ ਕਹਿੰਦਾ ਜਾ ਕਾਕਾ ਆਪਾਂ ਲਿਆ ਕਾਰਡ ਲਿਆ, ਆਪਾਂ ਮੰਤਰੀ ਸਾਹਿਬ ਨੂੰ ਇੱਥੇ ਹੀ ਦੇ ਦਿੰਦੇ ਆ। ਕਹਿੰਦੇ ਉਹਨੇ ਕਾਰਡ ਮੰਤਰੀ ਸਾਹਿਬ ਨੂੰ ਫੜਾਇਆ, ਮੰਤਰੀ ਸਾਹਿਬ ਨੇ ਵਧਾਈ ਦਿੱਤੀ, ਜੇਬ ਚੋਂ 1100 ਰੁਪਈਆ ਕੱਢਿਆ ਤੇ ਉਹ ਵੀ ਉੱਥੇ ਹੀ ਫੜਾ ਦਿੱਤਾ। ਕਹਿੰਦਾ ਨਹੀਂ ਦਰਸ਼ਨ ਦਿਓ ਜੇ। ਕਹਿੰਦਾ ਫਿਰ ਮੈਂ ਸੋਚਿਆ ਵੀ ਇਹਦੇ ਲਈ ਫਿਰ ਮੈਨੂੰ ਵਿਆਹ ਤੇ ਆਉਣਾ ਪਵੇਗਾ। ਚਲੋ ਹੁਣ ਤੁਸੀਂ ਮਿਲ ਹੀ ਗਏ, ਦੇਣਾ ਤੇ ਸਗਨ ਹੀ ਹੈ। ਫਿਰ ਉਹ ਕਾਰਡ ਦੇਣ ਵਾਲੇ ਨੂੰ ਸਮਝ ਆਈ ਕਿ ਮੇਰੇ ਤੋਂ ਗਲਤੀ ਕੀ ਹੋਈ ਹੈ। ਰੱਬ ਦੀ ਭਗਤੀ ਇੱਦਾਂ ਕਰਨ ਵਾਲਿਓ ਇਹ ਚੇਤਾ ਰੱਖਣਾ ਕਿ ਜੇ ਤੁਸੀਂ ਫੋਟੋਆਂ ਦੇ ਵਿੱਚ ਹੀ ਸਾਰਾ ਕੁਝ ਕਰੋਗੇ ਤੇ ਰੱਬ ਵੀ ਫੋਟੋਆਂ 'ਚ ਹੀ ਕਰੇਗਾ। ਜੇ ਹਿਰਦੇ ਤੋਂ ਕਰਾਂਗੇ ਤੇ ਰੱਬ ਵੀ ਤੁਹਾਡੇ ਹਿਰਦੇ ਵਿੱਚ ਕਰੇਗਾ। ਅਸੀਂ ਲੋਕਾਂ ਦੇ ਵਿਖਾਵੇ ਲਈ ਕਰਦੇ ਹਾਂ ਤੇ ਰੱਬ ਵੀ ਕਹਿੰਦਾ ਵੀ ਜੇ ਤੈਨੂੰ ਆਡੰਬਰ ਹੀ ਪਸੰਦ ਹੈ ਤੇ ਫਿਰ ਉੱਥੋਂ ਤੱਕ ਹੀ ਠੀਕ ਹੈ। ਆ ਜਿਹੜਾ ਕਰੋਨਾ ਦੁਬਾਰਾ ਆਇਆ ਹੈ ਨਾ, ਇਹਦੇ ਵਿੱਚ ਉਹ ਵੀ ਕਾਰਨ ਇੱਕ ਹੈ ਕਿ ਸਾਨੂੰ ਇਦਾਂ ਹੀ ਲੱਗਦਾ ਵੀ ਜੇ ਮਰਨ ਤੇ 2000 ਬੰਦਾ ਨਾ ਇਕੱਠਾ ਹੋਇਆ ਤੇ ਲੋਕਾਂ ਕਹਿਣਾ ਬੰਦਾ ਹੀ ਮਾੜਾ ਸੀ, ਕਿਉਂਕਿ ਅਸੀਂ ਸਰਟੀਫਿਕੇਟ ਲੋਕਾਂ ਤੋਂ ਲੈਣਾ ਹੈ। ਜਦੋਂ ਕਿ ਬੰਦੇ ਦੇ ਮਰਨ ਤੋਂ ਬਾਅਦ ਤੇ ਭਾਈ ਰੱਬ ਤੋਂ ਹੀ ਲੈਣਾ ਹੈ। ਆਤਮਾ ਨੂੰ ਥਾਂ ਤੇ ਰੱਬ ਨੇ ਦੇਣੀ ਹੈ,
ਹੁਣ ਪਬਲਿਕ ਥੋੜਾ ਦਵਾ ਦੇਗੀ ਜਾ ਕੇ ਕਿ ਨਹੀਂ ਜੀ ਇਹਨੂੰ ਚੰਗਾ ਜਿਹਾ ਫਲੈਟ ਦਿਓ ਪ੍ਰਮਾਤਮਾ ਜੀ, ਰੱਬ ਜੀ ਚੰਗੀ ਜੀ ਕੋਈ ਥਾਂ ਦਿਓ, ਇਹਨੂੰ ਕੋਈ ਵਧੀਆ ਜਿਹਾ ਬੈੱਡ ਦਿਓ ਕੋਈ। ਅਸੀਂ ਮਰਨ ਤੋਂ ਬਾਅਦ ਵੀ ਪਬਲਿਕ ਇਕੱਠੀ ਕਰਦੇ ਆ, ਪਰ ਜੇ ਆਮ ਹਾਲਾਤ ਹੋਣ ਤੇ ਕਰ ਲਓ ਭਾਈ। ਅਸੀਂ ਹੁਣ ਵੀ ਨਹੀਂ ਹਟੇ। ਉਸੇ ਤਰ੍ਹਾਂ ਵਿਆਹ ਸ਼ਾਦੀਆਂ ਵਿੱਚ ਅਸੀਂ ਫਿਰ ਸ਼ਾਮ ਤੁਰ ਪਏ ਵੀ ਜੇ ਦੁਨੀਆ ਇਕੱਠੀ ਨਾ ਹੋਈ ਤਾਂ ਕਹਿਣਗੇ ਇਹਨਾਂ ਦਾ ਸਮਾਜ ਵਿੱਚ ਥਾਂ ਹੀ ਕੋਈ ਨਹੀਂ ਹੈ। ਨਹੀਂ, ਆਪਾਂ ਬਚ ਜਾਈਏ। ਰੱਬ ਦੇ ਪ੍ਰਤੀ ਇੱਕ ਗੱਲ ਦ੍ਰਿੜ ਕਰ ਲਓ ਕਿ ਤੁਹਾਨੂੰ ਮਨ ਕਰਕੇ ਕਰਨਾ ਪਵੇਗਾ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ। ਲੋਕਾਂ ਦੀ ਖੇਤੀ ਜਿਹੜੀ ਹੈ ਉਹ ਸੰਭਾਲਣ ਤੇ ਲੱਗੇ ਹੋਏ ਆ, ਤੇ ਚੇਤਾ ਰੱਖਣਾ ਖੇਤੀ ਜਿਨ ਕੀ ਉਜੜੀ ਖਲਵਾੜੇ ਕਿਆ ਥਾਉ, ਉਹ ਕਾਹਦਾ ਗਹਿਣ ਪਾਏਗਾ। ਜਿਹਦੀ ਖੇਤੀ ਉਜੜ ਗਈ ਹੈ ਉਹਨੇ ਕੀ ਕੰਬਾਈਨ ਲਾਉਣੀ ਹੈ ਜੀ ਕਣਕ ਵੱਢਣ ਵਾਸਤੇ, ਉਹਨੇ ਕਿਹੜੀ ਮਸ਼ੀਨ ਲਾਉਣੀ ਹੈ ਕਣਕ ਕੱਢਣ ਵਾਸਤੇ, ਉਹ ਕਾਹਦਾ ਗਾਹ ਪਾਏਗਾ, ਉਹ ਕਾਹਦਾ ਫਲੇ ਜੋਏਗਾ। ਮੈਂ ਤੇ ਫਲੇ ਵੀ ਵੇਖੇ ਨੇ। ਬੜਾ ਔਖਾ ਹੁੰਦਾ ਸੀ ਢੱਗਿਆਂ ਦੇ ਮਗਰ ਉਸੇ ਸਰੋਂ ਦੇ ਉੱਤੇ ਤੁਰਨਾ, ਉਸੇ ਤੋਰੀਏ ਦੇ ਉੱਤੇ ਤੁਰਨਾ, ਉਸੇ ਗੁਆਰੇ ਦੇ ਉੱਤੇ ਤੁਰਨਾ, ਕਿਉਂਕਿ ਪਸ਼ੂਆਂ ਦੇ ਬਲਦਾਂ ਦੇ ਪੈਰਾਂ ਨਾਲ ਹੀ ਦਾਣੇ ਕੱਢੇ ਜਾਂਦੇ ਸੀ ਅਨਾਜ ਵਿੱਚੋਂ। ਇਸ ਕਰਕੇ ਭਾਈ ਰੱਬ ਦੀ ਭਗਤੀ ਨੂੰ ਦੁਨੀਆ ਦੇ ਅਡੰਬਰ ਚੋਂ ਬਾਹਰ ਕੱਢ ਲਓ। ਭਗਤੀ ਦਾ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੈ, ਇਹ ਤੁਹਾਡੀ ਨਿੱਜੀ ਹੈ, ਤੁਹਾਡੀ ਪਰਸਨਲ ਹੈ, ਤੁਹਾਡੀ ਆਪਣੀ ਹੈ। ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਕਿ ਜਿਸ ਦਿਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ, ਤੇ ਕੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਇੰਡੀਮੇਸ਼ਨ ਨਹੀਂ ਗਈ ਹੋਏਗੀ ਕਿ ਮੈਂ ਗੁਰੂ ਬਣ ਗਿਆ। ਉਹਨਾਂ ਨੇ ਤਾਂ ਉਧਰ ਹੀ ਘੋੜੇ ਤੇ ਚੜ੍ਹ ਕੇ ਬਾਹਰ ਆ ਜਾਣਾ ਚਾਹੀਦਾ, ਚੁੱਕੋਏ ਆਪਣੀਆਂ ਮੰਡੀਆਂ ਚੁੱਕੋ ਇੱਥੋਂ, ਗੁਰੂ ਮੈਂ ਆ ਨਾ। ਉਹ ਫਿਰ ਵੀ ਨਹੀਂ ਆਏ। ਇਹ ਤੇ ਬਾਬੇ ਮੱਖਣ ਸ਼ਾਹ ਨੇ ਕੋਠੇ ਚੜ੍ਹ ਕੇ ਆਵਾਜ਼ਾਂ ਦਿੱਤੀਆਂ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਇਤਿਹਾਸ ਤੇ ਕਹਿੰਦਾ ਵੀ ਗੁਰੂ ਸਾਹਿਬ ਨੇ ਉਹਨੂੰ ਵੀ ਝਿੜਕਿਆ ਸੀ ਵੀ ਤੈਨੂੰ ਕੋਠੇ ਚੜ੍ਹ ਕੇ ਰੌਲਾ ਪਾਉਣ ਦੀ ਕੀ ਲੋੜ ਸੀ। ਉਹ ਕਹਿੰਦਾ ਮਹਾਰਾਜ ਮੇਰਾ ਫਰਜ਼ ਹੈ, ਦੁਨੀਆ ਲੁੱਟੀ ਜਾ ਰਹੀ ਹੈ, ਦੁਨੀਆ ਕੰਵਲੀ ਹੋਈ ਫਿਰਦੀ ਹੈ, ਸੰਗਤ ਬਹਿਬਲ ਹੋਈ ਫਿਰਦੀ ਹੈ। ਇਹ ਲੋਟੂ ਗੁਰੂ ਜਿਹੜੇ ਨੇ, ਝੂਠੇ ਗੁਰੂ ਜਿਹੜੇ ਨੇ, ਪਖੰਡੀ ਗੁਰੂ ਜਿਹੜੇ ਨੇ, ਇਹ ਦਿਨ ਰਾਤ ਉਹਨਾਂ ਨੂੰ ਲੁੱਟੀ ਜਾ ਰਹੇ ਨੇ। ਮੇਰਾ ਫਰਜ਼ ਬਣਦਾ ਸੀ ਮੈਂ ਦੁਨੀਆ ਨੂੰ ਦੱਸਾਂ ਸੱਚਾ ਗੁਰੂ ਇੱਥੇ ਹੈ। ਗੁਰੂ ਸਾਹਿਬ ਨੇ ਭਗਤੀ ਕਿਸੇ ਨੂੰ ਦੱਸ ਕੇ ਨਹੀਂ ਕੀਤੀ। ਇਹਦਾ ਅਰਥ ਇਹ ਹੈ ਕਿ ਇਹ ਜ਼ਰੂਰ ਚੇਤਾ ਰੱਖੋ ਕਿ ਸੰਗ ਸਖਾ ਸਭ ਤੱਜ ਗਏ, ਇਹ ਛੱਡਣ ਵਾਲੇ ਲੋਕ ਨੇ। ਇਹਨਾਂ ਦੇ ਅਡੰਬਰ 'ਚ ਪੈ ਕੇ ਧਰਮ ਨਾ ਕਮਾਓ। ਹਾਂ, ਬਾਕੀ ਕੰਮ ਕਰਨੇ ਕਰੀ ਜਾਓ। ਜਦੋਂ ਧਰਮ ਦੀ ਵਾਰੀ ਆਵੇ ਇਹ ਤੁਹਾਡਾ ਨਿੱਜੀ ਹੈ, ਤੁਹਾਡਾ ਪਰਸਨਲ ਹੈ, ਤੁਹਾਡਾ ਆਪਣਾ ਹੈ। ਤਿੰਨ ਤਰ੍ਹਾਂ ਦੀ ਰਹਿਣੀ ਹੈ ਸਿੱਖ ਦੀ, ਪੰਥਕ ਰਹਿਣੀ ਹੈ, ਤੁਹਾਡੀ ਸ਼ਖਸੀ ਰਹਿਣੀ ਹੈ, ਤੁਹਾਡੀ ਗੁਰਮਤ ਦੀ ਰਹਿਣੀ ਹੈ। ਸ਼ਖਸੀ ਰਹਿਣੀ ਦੇ ਵਿੱਚ ਵੀ ਤੁਹਾਨੂੰ ਬਾਹਰ ਪਾਬੰਦ ਰਹਿਣਾ ਪੈਂਦਾ ਹੈ, ਪਰ ਗੁਰਮਤ ਦੀ ਰਹਿਣੀ ਵਿੱਚ ਤੁਸੀਂ ਬਾਹਰ ਦੀ ਪਾਬੰਦੀ ਵਿੱਚ ਨਹੀਂ ਹੋ, ਸਿਰਫ ਗੁਰੂ ਦੀ ਪਾਬੰਦੀ ਵਿੱਚ ਹੋ। ਫਿਰ ਤੁਹਾਨੂੰ ਹੀ ਪਤਾ ਹੈ ਕਿ ਤੁਸੀਂ ਕਿੰਨੇ ਵਜੇ ਉੱਠਣਾ ਹੈ, ਤੁਸੀਂ ਕਿੰਨਾ ਪਾਠ ਕਰਨਾ ਹੈ। ਫਿਰ ਤੁਹਾਨੂੰ ਖੁਦ ਨੂੰ ਪਤਾ ਹੈ ਤੁਸੀਂ ਕਿੰਨਾ ਸੱਚ ਬੋਲਣਾ ਹੈ, ਤੁਸੀਂ ਕਿੰਨਾ ਦਸਵੰਧ ਕੱਢਣਾ ਹੈ।
ਬੜੇ ਸਾਰੇ ਲੋਕ ਨੇ, ਬੱਚੇ ਕਰਦੇ ਨੇ ਮਾਂ ਪਿਓ ਨੂੰ ਨਹੀਂ ਪਤਾ, ਮਾਂ ਪਿਓ ਕਰਦੇ ਨੇ ਬੱਚਿਆਂ ਨੂੰ ਨਹੀਂ ਪਤਾ, ਉਹ ਚੈਰਿਟੀ ਕਰਦੇ ਨੇ ਲੋਕ। ਜਿਸ ਗੁਰੂ ਦੀ ਸ਼ਤਾਬਦੀ ਮਨਾਉਣ ਚੱਲੇ ਆ, ਤਿਆਰ ਹੋਏ, ਜਨਨੀ ਮਾਂ ਨੇ ਬੜਾ ਮਹਿੰਗਾ ਚੋਲਾ ਪਾਇਆ ਕਿ ਅੱਜ ਵੱਡੇ ਭਰਾ ਦੀ ਬਰਾਤ ਜਾਣਾ ਹੈ, ਅਜੇ ਬਰਾਤ ਤੁਰੀ ਵੀ ਨਹੀਂ ਤੇ ਚੋਲਾ ਲਾ ਕੇ ਕਿਸੇ ਗਰੀਬ ਨੂੰ ਵੀ ਦੇਤਾ। ਤੇ ਮਾਂ ਪਰੇਸ਼ਾਨ ਹੋ ਗਈ, ਕਹਿੰਦੀ ਕਾਕਾ ਇਹ ਕੀ ਕੀਤਾ ਜੀ, ਪੋਤੇ ਕੀ ਕੀਤਾ ਜੀ? ਆਖਿਆ ਮਾਂ ਉਹ ਨੰਗਾ ਸੀ, ਮੈਨੂੰ ਤੇ ਤੂੰ ਹੋਰ ਦੇ ਦੇਂਗੀ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਹੈ। ਕੱਲੀ ਉਹਨਾਂ ਨੇ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ ਨਹੀਂ ਹੈ, ਉਹ ਤੇ ਬਚਪਨ ਤੋਂ ਹੀ ਨਗੇਜ ਢੱਕਦੇ ਆਏ ਨੇ ਦੁਨੀਆ ਦਾ। ਉਹ ਤਾਂ ਧਰਮ ਦੀ ਚਾਦਰ ਬਣ ਕੇ ਸੰਸਾਰ ਦੇ ਵਿੱਚ ਵਿਦਿਤ ਹੋਏ ਨੇ, ਪ੍ਰਗਟ ਹੋਏ ਨੇ। ਪਰ ਇਹ ਹੋਇਆ ਭਗਤੀ ਤੋਂ ਹੈ, ਜਿਹੜੀ ਉਹਨਾਂ ਨੇ ਅੰਦਰ ਵੜ ਕੇ ਕੀਤੀ ਹੈ, ਬਾਹਰ ਨਿਕਲ ਕੇ ਨਹੀਂ ਕੀਤੀ, ਕਿਸੇ ਦੇ ਕੈਮਰੇ ਅੱਗੇ ਖਲੋ ਕੇ ਨਹੀਂ ਕੀਤੀ। ਗੁਰੂ ਨੌਵੇਂ ਪਿਤਾ ਮਹਾਰਾਜ ਆਪ ਖੁਦ ਪਰਮਾਤਮਾ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਕਿ ਹੇ ਪਰਮਾਤਮਾ, ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਮਨ ਕਰਕੇ ਮੈਂ ਤੇਰੇ ਕਦੇ ਗੁਣ ਨਹੀਂ ਗਾਏ। ਇਹ ਜਿਹੜਾ ਸ਼ਬਦ ਹੈ ਨਾ, ਇਹ ਆਪਣੇ ਨਿਜ ਉੱਤੇ ਸਤਿਗੁਰੂ ਜੀ ਨੇ ਉਚਾਰਨ ਕੀਤਾ। ਕੀ ਹੋਇਆ ਫਿਰ? ਵਿਖਿਆ ਸਕਤ ਰਹਿਓ ਨਿਸ ਬਾਸੁਰ। ਇਹ ਜਿਹੜੇ ਵਿਸ਼ੇ ਵਕਾਰ ਨੇ, ਇਹਨਾਂ ਦੇ ਵਿੱਚ ਲੰਪਟ ਰਿਹਾ, ਜੁੜਿਆ ਰਿਹਾ। ਫਿਰ ਕੀ ਹੋਇਆ? ਕੀਨੋ ਆਪਣੋ ਭਾਇਓ, ਆਪਣੇ ਕੀਤੇ ਨੂੰ ਹੀ ਚੰਗਾ ਸਮਝਿਆ ਵੀ ਜੋ ਮੈਂ ਕਰਦਾ ਉਹ ਹੀ ਠੀਕ ਹੈ, ਜੋ ਮੈਂ ਕਰਦਾ ਬਸ ਇਹੀ ਹੈ, ਜੋ ਦੁਨੀਆ ਕਰਦੀ ਉਹ ਤੇ ਠੀਕ ਹੈ ਹੀ ਨਹੀਂ ਹੈ। ਇਹ ਵੀ ਇੱਕ ਭੁਲੇਖਾ ਹੈ। ਰਹਾਉ ਗੁਰ ਉਪਦੇਸ਼ ਸੁਣਿਓ ਨਹਿ ਕਾਨਣ। ਵਿਸ਼ੇ ਵਕਾਰਾਂ ਵਿੱਚ ਇੰਨਾ ਲੰਪਟ ਹੋ ਗਿਆ, ਇੰਨਾ ਗ੍ਰਸਤ ਹੋ ਗਿਆ ਕਿ ਕਦੇ ਵੀ ਕੰਨਾਂ ਦੇ ਨਾਲ ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਗੁਰੂ ਦੀ ਸਿੱਖਿਆ ਸੁਣੀ ਨਹੀਂ, ਗੁਰੂ ਦਾ ਗਿਆਨ ਸੁਣਿਆ ਹੀ ਨਹੀਂ। ਤਾਂ ਹੀ ਤਾਂ ਗੁਰੂ ਜੀ ਕਹਿੰਦੇ ਨੇ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ। ਪਰਦਾਰਾ ਲਪਟਾਇਓ, ਪਰਾਈ ਇਸਤਰੀ ਦੇ ਰਸ ਵਿੱਚ ਲਿਪਟਿਆ ਰਿਹਾ, ਪਰ ਨਿੰਦਾ ਕਾਰਨ ਬਹੁ ਧਾਵਤ। ਪਰਾਈ ਨਿੰਦਿਆ ਕਰਨ ਵਾਸਤੇ ਭੱਜ ਪਿਆ, ਇੱਥੋਂ ਉੱਥੇ ਵੀ ਗਿਆ, ਉੱਥੋਂ ਉੱਥੇ ਵੀ ਗਿਆ। ਸਮਝਿਓ ਨਾ ਸਮਝਾਇਓ, ਲੱਖ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਕਿ ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਾਨਾ। ਇਹ ਤੇ ਮੂਰਖਾਂ ਦਾ ਕੰਮ ਹੈ। ਰੱਬ ਦੇ ਬੰਦੇ ਦਾ ਕੀ ਕੰਮ ਹੈ ਐਵੇਂ ਨਿੰਦਿਆ ਕਰੀ ਜਾਵੇ ਕਿਸੇ ਦੀ? ਇਹ ਕਰਨੀ ਮੂਰਖਾਂ ਦੀ ਹੈ, ਇਹ ਕੰਮ ਹੀ ਮੂਰਖ ਦਾ ਹੈ। ਸਿਆਣਾ ਬੰਦਾ ਇਹ ਕੰਮ ਨਹੀਂ ਕਰਦਾ। ਕਹਾਂ ਕਹੋ ਮੈਂ ਆਪਣੀ ਕਰਨੀ, ਜੇ ਬਿਦ ਜਨਮ ਗਵਾਇਓ। ਹੇ ਪਰਮਾਤਮਾ, ਮੈਂ ਆਪਣੀ ਕਰਨੀ ਨੂੰ ਕਿਵੇਂ ਦੱਸਾਂ ਕਿ ਮੈਂ ਤਾਂ ਆਪਣਾ ਜਨਮ ਹੀ ਗਵਾ ਲਿਆ। ਸਵਾਸਾ ਰੂਪੀ ਪੂੰਜੀ ਸੀ, ਐਵੇਂ ਚਲੀ ਗਈ। ਕੌਡੀ ਬਦਲੇ ਜਨਮ ਗਵਾਇਓ। ਕੌਡੀਆਂ ਇਕੱਠੀਆਂ ਕਰਦੇ ਰਹੇ ਅਸੀਂ, ਪੈਸੇ ਇਕੱਠੇ ਕੀਤੇ, ਜ਼ਿੰਦਗੀ ਗਵਾ ਲਈ। ਤਾਂ ਜੋ ਉਹਨਾਂ ਪੈਸਿਆਂ ਨਾਲ ਆਕਸੀਜਨ ਵੀ ਨਹੀਂ ਮਿਲਦੀ। ਇਹ ਨਹੀਂ ਕਿ ਲੋਕਾਂ ਕੋਲ ਪੈਸੇ ਨਹੀਂ ਹੈਗੇ। ਅੱਜ ਕਰੋਨੇ ਦੇ ਪੀੜਤ 5-10% ਪਰਿਵਾਰ ਹੋਣਗੇ ਜਿਹੜੇ ਕਹਿੰਦੇ ਨੇ ਸਾਡੇ ਕੋਲ ਪੈਸੇ ਨਹੀਂ ਹੈਗੇ ਇਲਾਜ ਵਾਸਤੇ। ਨਹੀਂ ਤੇ ਲੋਕਾਂ ਦੇ ਘਰਾਂ ਵਿੱਚ ਆਟਾ ਹੈਗਾ, ਸਿਲੰਡਰ ਵਿੱਚ ਗੈਸ ਹੈਗੀ ਹੈ, ਘਰ ਚੁੱਲ੍ਹਾ ਵੀ ਹੈਗਾ, ਪਕਾਉਣ ਦੀ ਹਿੰਮਤ ਨਹੀਂ ਹੈ। ਇਹਨਾਂ ਨਰਵਸ ਕਰ ਦਿੱਤਾ ਹੈ ਆਕਸੀਜਨ ਨੇ। ਥੋੜੇ ਲੋਕ ਉਹ ਨੇ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈਗਾ, ਪਰ ਬਹੁਤੇ ਲੋਕ ਉਹ ਨੇ ਜਿਨ੍ਹਾਂ ਕੋਲ ਸਭ ਕੁਝ ਹੈਗਾ। ਉਹ ਹਰ ਹਸਪੀਟਲ ਦੇ ਪੈਸੇ ਦੇਣ ਲਈ ਤਿਆਰ ਨੇ, ਪਰ ਅੱਗੇ ਬੈੱਡ ਨਹੀਂ ਹੈਗਾ। ਇਹ ਪੈਸੇ ਵੀ ਕੁਝ ਨਹੀਂ ਕਰ ਰਹੇ। ਜਿਨ੍ਹਾਂ ਪੈਸਿਆਂ ਦੀ ਖਾਤਰ ਸਵਾਸ ਗਵਾਏ,
ਅੱਜ ਉਹਨਾਂ ਪੈਸਿਆਂ ਨਾਲ ਇੱਕ ਵੀ ਸਵਾਸ ਨਹੀਂ ਮਿਲ ਰਿਹਾ। 4 ਘੰਟੇ ਇੱਕ ਸਿਲੰਡਰ ਚੱਲਦਾ, ਉਹ ਨਹੀਂ ਮਿਲਦਾ ਪੈਸਿਆਂ ਨਾਲ। ਪਰ ਇਹਦੇ ਬਦਲੇ 60 ਸਾਲ 70 ਸਾਲ 50 ਸਾਲ 40 ਸਾਲ ਰੱਬ ਨੇ ਫ੍ਰੀ ਆਕਸੀਜਨ ਦਿੱਤੀ, ਪਰ ਕਦੇ ਮੂੰਹ ਤੋਂ ਵਾਹਿਗੁਰੂ ਨਹੀਂ ਸੀ ਨਿਕਲਿਆ। ਕਹਿ ਨਾਨਕ ਸਭ ਔਗਣ ਮੋਹ ਮੈਂ, ਰਾਖ ਲੇਹੋ ਸ਼ਰਨਾਇਓ। हे ਪ੍ਰਮਾਤਮਾ, ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਉਚਾਰਨ ਕਰਦੇ ਨੇ, ਮੇਰੇ ਵਿੱਚ ਸਾਰੇ ਔਗਣ ਨੇ, ਮੈਂ ਦੋਸ਼ੀ ਹਾਂ, ਗੁਨਾਹਗਾਰ ਹਾਂ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ ਭਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਚੁਗੰਦਾ, ਵਿਸ਼ਵਾਸਘਾਤੀ ਅਕ੍ਰਿਤ ਕਣ ਮੈਂ ਕੋ ਨਾ ਰਖੰਦਾ। ਤੇ ਉੱਥੇ ਭਾਈ ਗੁਰਦਾਸ ਕਹਿੰਦੇ ਨੇ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਹ ਵਿਆਖਿਆ ਭਾਈ ਗੁਰਦਾਸ ਨੇ ਗੁਰਬਾਣੀ ਦੀ ਕੀਤੀ ਹੈ, ਕਿਉਂਕਿ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਜੇ ਸਮਝ ਆ ਜਾਣ ਕਿ ਮੇਰੇ ਵਿੱਚ ਔਗਣ ਨੇ, ਤਾਂ ਫਿਰ ਇੱਕ ਅਰਦਾਸ ਕਰਨੀ ਬਣਦੀ ਹੈ ਕਿ ਹੇ ਵਾਹਿਗੁਰੂ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ। ਕਿਉਂਕਿ ਸ਼ਰਨ ਆਏ ਦੇ ਬਹੁਤੇ ਦੋਸ਼ ਪੁੱਛੇ ਨਹੀਂ ਜਾਂਦੇ। ਮੈਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਵੀ ਮੈਨੂੰ ਅਮਰੀਕਾ ਜਾ ਕੇ ਪਤਾ ਲੱਗਾ, ਜਦੋਂ ਇਹ ਪਤਾ ਲੱਗਾ ਕਿ ਲੋਕ ਪੋਲੀਟੀਕਲ ਅਸਾਈਲਮ ਲੈਂਦੇ ਨੇ, ਫਿਰ ਵਕੀਲਾਂ ਤੋਂ ਪਤਾ ਲੱਗਿਆ ਵੀ ਅਸਾਈਲਮ ਕਿਵੇਂ ਲੈਂਦੇ ਨੇ, ਫਿਰ ਉੱਥੋਂ ਦੇ ਕਾਨੂੰਨ ਬਾਰੇ ਜਦੋਂ ਪਤਾ ਲੱਗਾ ਕਿ ਗੌਰਮੈਂਟ ਫਿਰ ਬਹੁਤਾ ਕੁਝ ਨਹੀਂ ਪੁੱਛਦੀ ਉਹਨਾਂ ਕੋਲੋਂ, ਸਿਰਫ ਇੱਕ ਗੱਲ ਸਾਬਤ ਕਰਨੀ ਹੁੰਦੀ ਹੈ ਕਿ ਉਹਦੇ ਹੋਮ ਕੰਟਰੀ 'ਚ ਖਤਰਾ ਹੈ, ਬਸ। ਕਿਹੜੇ ਕ੍ਰਾਈਮ ਕੀਤੇ ਉਹਨਾਂ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ। ਇਸ ਕਰਕੇ ਸ਼ਰਨ ਆਵਾਂਗੇ ਤੇ ਬਖਸ਼ੇ ਜਾਵਾਂਗੇ। ਤੇ ਜੇ ਦਾਅਵੇ ਕਰਾਂਗੇ ਜੀ ਮੈਂ ਤੇ ਬਾਣੀ ਬੜੀ ਪੜ੍ਹੀ ਹੈ ਜੀ, ਮੈਂ ਤੇ ਦਾਨ ਬੜੇ ਕੀਤੇ ਨੇ ਜੀ, ਮੈਂ ਤੇ ਸੇਵਾ ਬੜੀ ਕੀਤੀ ਹੈ ਜੀ, ਤੇ ਫਿਰ ਰੱਬ ਜ਼ਰੂਰ ਕਹੇਗਾ ਵੀ ਲਿਆ ਬਈ ਪਰਫਾਰਮਾ ਲਿਆ ਆਪਣਾ, ਪਤਾ ਕਰੀਏ ਸੇਵਾ ਕਿਹਦੀ ਕੀਤੀ ਹੈ। ਆਪਣੇ ਔਰ ਆਪਣਿਆਂ ਤੋਂ ਗਾਂ ਗਏ ਹੀ ਨਹੀਂ ਅਸੀਂ। ਅੰਨਿਆਂ ਵਾਲੀਆਂ ਰੇਵੜੀਆਂ ਵੰਡੀਆਂ, ਘਰ ਦੀਆਂ ਨੂੰ ਵੰਡੀਆਂ ਨੇ, ਬਾਹਰ ਨਹੀਂ ਗਏ ਸੀ। ਅੰਨਾ ਵੰਡੇ ਰੇਵੜੀਆਂ ਮੁੜ ਮੁੜ ਘਰਦਿਆਂ ਨੂੰ, ਆਪਣੇ ਕੁਟੰਬ ਪਾਲਿਆ, ਆਪਣੇ ਤੋਂ ਗਾਂ ਗਏ ਹੀ ਨਹੀਂ ਅਸੀਂ। ਨਹੀਂ ਭਾਈ, ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਮਹਾ ਲੁੜਾਈਏ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।